ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 16ਵੀਂ ਤੇ ਪਦ ਪਹਿਲਾ ਵਿਚਾਰ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਕਿ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਆਪ ਕਿਰਪਾ ਕਰਦੇ ਹਨ ਉਹਨਾਂ ਇਨਸਾਨ ਬੋਲਦਾ ਹੈ, ਸੁਣਦਾ ਹੈ ਅਤੇ ਵਿਚਾਰਦਾ ਹੈ। ਸੱਚੇ ਪਾਤਸ਼ਾਹ ਨੇ ਹਰ ਅਸ਼ਟਪਦੀ ਦੇ ਅੱਗੇ ਸ਼ਲੋਕ ਦੀ ਕਿਰਪਾ ਕੀਤੀ ਹੈ। 16ਵੀਂ ਅਸ਼ਟਪਦੀ ਦੇ ਅੱਗੇ ਵੀ ਸ਼ਲੋਕ ਸੱਚੇ ਪਾਤਸ਼ਾਹ ਨੇ ਸਾਡੀ ਆਪਣੀ ਮਿਹਰ ਨਾਲ ਸਾਨੂੰ ਸਮਝਾਇਆ ਹੈ ਕਿ ਪ੍ਰਭੂ ਦੇ ਕਰੈਕਟਰਿਸਟਿਕਸ, ਪ੍ਰਭੂ ਦੀ ਪਰਸਨੈਲਿਟੀ ਕੀ ਹੈ। ਗੁਰੂ ਪਿਆਰਿਓ, 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਪਦ ਹਨ, ਜਾਣੀ ਭਾਗ ਹਨ। 24,000 ਅੱਖਰਾਂ ਦੀ ਵਰਤੋਂ ਕੀਤੀ ਗਈ ਹੈ ਸੁਖਮਨੀ ਸਾਹਿਬ ਦੇ ਵਿੱਚ। ਇੱਕ ਅਸ਼ਟਪਦੀ ਦੇ ਵਿੱਚ ਤਕਰੀਬਨ 1,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੱਚੇ ਪਾਤਸ਼ਾਹ ਨੇ। ਦੂਸਰੇ ਪਾਸੇ ਪ੍ਰਾਣੀ ਸਵਾਸ ਲੈਂਦਾ ਹੈ। 24,000 ਸਵਾਸ ਇੱਕ ਦਿਨ ਤੇ ਇੱਕ ਰਾਤ ਦੀ ਕਿਰਿਆ ਦੇ ਵਿੱਚ ਲੈਂਦਾ ਹੈ। 1,000 ਸਵਾਸ ਇੱਕ ਘੰਟੇ ਦੇ ਵਿੱਚ ਪ੍ਰਾਣੀ ਔਸਤਨ ਤੌਰ 'ਤੇ ਲੈਂਦਾ ਹੈ। ਸੱਚੇ ਪਾਤਸ਼ਾਹ ਨੇ ਇਨਸਾਨ ਨੂੰ ਭਗਵਾਨ ਦੇ ਨਾਲ ਜੋੜਿਆ ਹੈ। ਭਗਵਾਨ ਬਖਸ਼ੰਦ ਹੈ, ਕਿਰਪਾਲੂ ਹੈ, ਦਿਆਲੂ ਹੈ। ਇਨਸਾਨ ਭੁੱਲਣਹਾਰ ਹੈ। ਇਨਸਾਨ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ, ਉਹਨੂੰ ਯਾਦ ਕਰਕੇ 24 ਘੰਟੇ ਧਿਆ ਕੇ ਆਪਣੇ ਪ੍ਰੀਤਮ ਨੂੰ ਪਾ ਸਕਦਾ ਹੈ। ਹਰ ਸਵਾਸ ਪ੍ਰਭੂ ਦਾ ਨਾਂ ਚਿਤਵ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ। ਹਰ ਪਲ ਹਰ ਛਿਨ ਪ੍ਰੀਤਮ ਨੂੰ ਧਿਆ ਕੇ ਉਹਦਾ ਹੀ ਰੂਪ ਬਣ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਪ੍ਰੀਤਮ ਪਿਆਰੇ ਬਖਸ਼ੰਦ ਦਿਆਲੂ ਕਿਰਪਾਲੂ ਪ੍ਰਭੂ ਦੀ ਬੇਮਿਸਾਲ ਸ਼ਲਾਘਾ ਕੀਤੀ ਹੈ, ਉੱਥੇ ਉਹਨੂੰ ਜਪਣ ਵਾਲਿਆਂ ਨੂੰ ਵੀ ਉੱਚਾ ਸਥਾਨ ਬਖਸ਼ਿਆ ਹੈ। ਉਹਨੂੰ ਪਿਆਰ ਕਰਨ ਵਾਲੇ ਭਗਤ, ਦਰਵੇਸ਼ ਜਨ, ਉਹਦੇ ਗੁਲਾਮ ਉਹਦਾ ਹੀ ਰੂਪ ਹਨ। ਉਹਨਾਂ ਦੇ ਚਰਨਾਂ ਦੀ ਧੂੜ ਮੋਕਸ਼ ਹੈ। ਸੱਚੇ ਪਾਤਸ਼ਾਹ ਦੇ ਨਾਲ ਜੁੜਨ ਦੇ ਲਈ ਉਹਨਾਂ ਦੀ ਚਰਨਾਂ ਦੀ ਧੂੜ ਸਹਾਇਕ ਹੁੰਦੀ ਹੈ। ਪ੍ਰਾਣੀ ਨੂੰ ਮਾਇਆ ਦੇ ਚਿੱਕੜ ਵਿੱਚੋਂ ਕੱਢ ਕੇ ਪ੍ਰਭੂ ਦੇ ਚਰਨਾਂ ਤੱਕ ਲੈ ਜਾਣ ਤੱਕ ਇੱਕ ਬਹੁਤ ਹੀ ਪਿਆਰੀ ਮੈਡੀਸਨ, ਦਵਾਈ ਸਿੱਧ ਹੁੰਦੀ ਹੈ। ਗੁਰੂ ਪਿਆਰਿਓ, ਇਨਸਾਨ ਭੁੱਲਣਹਾਰ ਹੈ, ਪਰਮੇਸ਼ਰ ਬਖਸ਼ਣਹਾਰ ਹੈ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਦੀ ਪਰਿਭਾਸ਼ਾ ਸਮਝਾਈ ਹੈ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ। ਇਸੇ ਤਰ੍ਹਾਂ ਜਿਹੜੇ ਉਹਦੇ ਤਿੰਨ ਰੂਪ ਦੁਨੀਆ ਦੇ ਵਿੱਚ ਹਨ, ਉਹਦੇ ਬਣਾਏ ਹੋਏ ਰੂਪ ਹਨ, ਪਰ ਉਹਦੇ ਆਪ ਦੇ ਇਹ ਤਿੰਨ ਰੂਪ ਨਹੀਂ ਹਨ। ਨਾ ਉਹਦਾ ਕੋਈ ਰੂਪ ਹੈ, ਰੂਪ ਨਾ ਰੇਖ। ਸ਼ਲੋਕ ਦੇ ਵਿੱਚ ਸੱਚੇ ਪਾਤਸ਼ਾਹ ਉਚਾਰਦੇ ਹਨ, ਸ਼ਲੋਕ ਰੂਪ ਨਾ ਰੇਖ ਨਾ ਰੰਗ, ਕੇਸ਼ ਤਹੁ ਗੁਣ ਤੇ ਪ੍ਰਭ ਭਿੰਨ। ਸੁਆਮੀ
ਦਾ ਕੋਈ ਸਰੂਪ ਨਹੀਂ ਹੈ ਅਤੇ ਨਾ ਹੀ ਉਹਦੀ ਕੋਈ ਨੁਹਾਰ ਹੈ ਅਤੇ ਨਾ ਹੀ ਉਹਦਾ ਕੋਈ ਰੰਗ ਹੈ। ਇਹਨਾਂ ਤਿੰਨਾਂ ਗੁਣਾਂ ਤੋਂ ਪ੍ਰਭੂ ਉੱਤੇ ਲਾਗੂ ਹੀ ਨਹੀਂ ਹੁੰਦੇ। ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰਦੇ ਹਨ ਕਿ ਪ੍ਰੀਤਮ ਪਿਆਰਾ ਦਿਸ ਨਹੀਂ ਸਕਦਾ, ਦੇਖ ਸਕਦਾ ਹੈ। ਪ੍ਰੀਤਮ ਪਿਆਰੇ ਨੂੰ ਅੱਖਾਂ ਦੀ ਲੋੜ ਨਹੀਂ ਹੈ ਤੱਕਣ ਦੀ, ਕਿਉਂਕਿ ਉਹ ਅੱਖਾਂ ਨੂੰ ਬਣਾਉਣ ਵਾਲਾ ਕਰਤਾ ਹੈ। ਉਹਨੂੰ ਸੁਣਨ ਦੇ ਲਈ ਕੰਨਾਂ ਦੀ ਲੋੜ ਨਹੀਂ ਹੈ, ਕਿਉਂਕਿ ਉਹ ਕੰਨਾਂ ਨੂੰ ਬਣਾਉਣ ਵਾਲਾ ਕਰਤਾ ਹੈ। ਇਸੇ ਤਰ੍ਹਾਂ ਉਹਨੂੰ ਰੰਗਾਂ ਦੀ ਲੋੜ ਨਹੀਂ ਹੈ, ਉਹ ਰੰਗਾਂ ਨੂੰ ਬਣਾਉਣ ਵਾਲਾ ਕਰਤਾ ਹੈ। ਰੂਪ ਦਾ ਕ੍ਰੀਏਟਰ ਹੈ, ਰੰਗ ਬਣਾਉਣ ਵਾਲਾ ਹੈ। ਉਹਨੂੰ ਆਪਣੇ ਬਣਾਏ ਹੋਏ ਉਹਨੂੰ ਆਪਣੇ ਬਣਾਏ ਹੋਏ ਇਨਸਾਨ 'ਤੇ ਮਾਣ ਹੈ, ਨਾਜ਼ ਹੈ। ਇਨਸਾਨ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈ, ਪਰ ਪ੍ਰਭੂ ਉੱਤੇ ਲਾਗੂ ਨਹੀਂ ਹੁੰਦੇ। ਪਤਾ ਉਸ ਨੂੰ ਹੀ ਲੱਗਦਾ ਹੈ ਜਿਹਨੂੰ ਉਹ ਸਮਝਾਉਂਦਾ ਹੈ। ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਜਿਹਦੇ ਉੱਤੇ ਉਹ ਦਿਆਲੂ ਹੋ ਜਾਂਦਾ ਹੈ, ਟੁੱਟ ਜਾਂਦਾ ਹੈ, ਮਿਹਰਬਾਨ ਹੋ ਜਾਂਦਾ ਹੈ, ਉਸ ਨੂੰ ਆਪਣੀ ਇਹ ਬਾਤ ਸਮਝਾ ਦਿੰਦਾ ਹੈ ਕਿ ਮੈਨੂੰ ਇਹਨਾਂ ਰੂਪ ਰੰਗ ਰੇਖ ਦੀ ਲੋੜ ਨਹੀਂ ਹੈ, ਆਵਸ਼ਕਤਾ ਨਹੀਂ ਹੈ। ਉਹਦੇ ਦਿਮਾਗ ਦੇ ਵਿੱਚ ਪ੍ਰਭੂ ਦਾ ਚਰਿੱਤਰ ਵਸ ਜਾਂਦਾ ਹੈ ਜਦੋਂ ਪ੍ਰਭੂ ਪਰਮ ਪ੍ਰਸੰਨ ਹੋ ਕੇ ਆਪਣੇ ਬੱਚੇ ਨੂੰ, ਆਪਣੇ ਪਿਆਰੇ ਇਨਸਾਨ ਨੂੰ ਇਹ ਸਮਝਾ ਦਿੰਦਾ ਹੈ। ਅਸ਼ਟਪਦੀ ਅਵਿਨਾਸ਼ੀ ਪ੍ਰਭ ਮਨ ਮੈਂ ਰਾਖ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਪਿਆਰੇ ਸਿੱਖ ਨੂੰ ਸਮਝਾ ਰਹੇ ਹਨ ਕਿ ਤੇਰੇ ਅੰਦਰ ਪ੍ਰਭੂ ਹੈ, ਉਹਨੂੰ ਜਾਣ ਲੈ, ਉਹਨੂੰ ਪਹਿਚਾਣ ਲੈ। ਉਹ ਤੇਰੇ ਮਨ ਦੇ ਵਿੱਚ ਹੈ ਅਤੇ ਮਨ ਦੇ ਵਿੱਚ ਉਹਨੂੰ ਰੱਖ ਅਤੇ ਦੇਖ। ਤੇਰਾ ਸਾਥੀ ਹੈ, ਪਰ ਪਿਆਰਿਆ ਤੂੰ ਬਾਹਰ ਉਹਨੂੰ ਆਪਣੇ ਹਿਰਦੇ ਦੇ ਵਿੱਚ ਰੱਖੇ ਸੰਭਾਲੇ ਹੋਏ ਪ੍ਰਭੂ ਨੂੰ ਬੁਲਾਉਂਦਾ ਤੱਕ ਨਹੀਂ, ਉਹਦਾ ਸ਼ੁਕਰਾਨਾ ਨਹੀਂ ਕਰਦਾ। ਦੁਨੀਆ ਦੀ ਰੀਤ ਹੈ ਘਰੇ ਆਏ ਮਹਿਮਾਨ ਦੀ ਪੁੱਛ ਪ੍ਰਤੀਤ ਕਰਦੀ ਹੈ, ਉਹਦਾ ਮਾਣ ਕਰਦੀ ਹੈ, ਉਹਦਾ ਸਤਿਕਾਰ ਕਰਦੀ ਹੈ। ਇਹ ਦੁਨਿਆਵੀ ਪ੍ਰਾਹੁਣੇ ਦੀ ਨਿਸ਼ਾਨੀ ਹੈ ਕਿ ਉਹਨੂੰ ਹੱਥਾਂ ਉੱਤੇ ਚੁੱਕਿਆ ਜਾਵੇ, ਉਹਦੀ ਛੋਟੀ ਜਿਹੀ ਗੱਲ ਦੀ ਸਿਫਤ ਕੀਤੀ ਜਾਵੇ। ਪਿਆਰਿਆ ਪ੍ਰਭੂ ਤੇਰੇ ਘਰ, ਤੇਰੇ ਸਰੀਰ ਦੇ ਵਿੱਚ ਕਦੋਂ ਦਾ ਬੈਠਾ ਹੈ? ਉਦੋਂ ਦਾ ਹੀ ਜਦੋਂ ਦਾ ਤੂੰ ਸਾਜਿਆ ਗਿਆ ਹੈ। ਪ੍ਰੀਤਮ ਪਿਆਰਾ ਉਦੋਂ ਦਾ ਬਿਰਾਜਮਾਨ ਹੈ ਤੇਰੇ ਸਰੀਰ ਦੇ ਅੰਦਰ ਜਦੋਂ ਦਾ ਤੂੰ ਆਕਾਰ ਧਾਰਿਆ ਹੈ। ਬੇਸਮਝ ਤੂੰ ਆਪਣਿਆਂ ਨੂੰ ਛੱਡ ਕੇ ਬਗਾਨਿਆਂ ਦੇ ਨਾਲ ਦੋਸਤੀ ਕਰ ਲਈ, ਜਿਹੜੇ ਤੇਰੇ ਲਈ ਸਟ੍ਰੇਂਜਰ ਸਨ ਉਹ ਤੇਰੇ ਬਣ ਗਏ। ਜਿਨ੍ਹਾਂ ਨੂੰ ਤੂੰ ਬਾਅਦ ਦੇ ਵਿੱਚ ਮਿਲਿਆ ਅੱਜ ਨਬੀਆਂ ਦਾ ਸਾਥੀ ਬਣ ਗਿਆ, ਪਰ ਜਿਹੜਾ ਤੇਰੇ ਪਹਿਲੇ ਦਿਨ ਤੋਂ ਤੇਰੇ ਨਾਲ ਹੀ ਬੈਠਾ, ਤੇਰੀ ਪਿਰਤਪਾਲ ਕਰਦਾ ਹੈ, ਉਹਨੂੰ ਵਸਾਰ ਦਿੱਤਾ। ਅਵਿਨਾਸ਼ੀ ਪ੍ਰਭ ਮਨ ਮੈਂ ਰਾਖ। ਤੂੰ ਸਦੀਵੀ ਨਹੀਂ ਹੈ, ਪ੍ਰਭੂ ਸਦੀਵੀ ਹੈ, ਸਥਿਰ ਹੈ, ਹਮੇਸ਼ਾ ਰਹਿਣ ਵਾਲਾ ਹੈ। ਮਾਨਖ ਕੀ ਤੂੰ ਪ੍ਰੀਤ ਤਿਆਗ। ਜਿਹੜੀ ਦੁਨੀਆ ਦੇ ਨਾਲ ਤੈਂ ਦੋਸਤੀ ਪਿਆਰ ਪਾ ਲਿਆ,
ਇਨਸਾਨਾਂ ਦੇ ਨਾਲ ਮੁਹੱਬਤ ਬਣਾ ਲਈ, ਉਹ ਝੂਠੀ ਹੈ। ਉਹਨੂੰ ਛੱਡ ਦੇ, ਉਹਦਾ ਕੋਈ ਲਾਭ ਨਹੀਂ ਹੈ। ਜਿਹਨੇ ਤੈਨੂੰ ਬਣਾਇਆ ਹੈ, ਸਾਜਿਆ ਹੈ, ਸਵਾਰਿਆ ਹੈ, ਉਹਦੀ ਪ੍ਰੀਤ ਅਟੱਲ ਹੈ। ਉਸ ਪ੍ਰੀਤ ਨੂੰ ਸੰਭਾਲ, ਪ੍ਰਭੂ ਦਾ ਸਤਿਕਾਰ ਕਰ। ਹਮੇਸ਼ਾ ਆਪਣੀ ਜੀਭ ਉੱਤੇ, ਆਪਣੀ ਰਸਨਾ ਉੱਤੇ ਉਹਦੀ ਸਿਫਤ ਸਲਾਹ ਕਰ। ਤਿਸ ਤੇ ਪਰੇ ਨਾਹੀ ਕਿਛ ਕੋਏ। ਜਿਵੇਂ ਆਪਾਂ ਆਮ ਦੁਨੀਆ ਦੇ ਵਿੱਚ ਗੱਲ ਕਰਦੇ ਹੋਏ ਕਹਿ ਦਿੰਦੇ ਹਾਂ ਕਿ ਇੱਦੋਂ ਪਰੇ ਕੁਝ ਵੀ ਨਹੀਂ, ਇੱਦੋਂ ਵੱਡਾ ਹੋਰ ਕੋਈ ਵੀ ਨਹੀਂ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਪ੍ਰਾਣੀ, ਪ੍ਰਭੂ ਤੋਂ ਵੱਡਾ ਕੋਈ ਨਹੀਂ ਹੈ, ਪ੍ਰਭੂ ਤੋਂ ਅਕਲ ਵਾਲਾ ਹੋਰ ਕੋਈ ਨਹੀਂ ਹੈ, ਪ੍ਰਭੂ ਤੋਂ ਬਿਨਾਂ ਸੋਹਣਾ ਕੋਈ ਨਹੀਂ ਹੈ। ਜਿੰਨੇ ਤੂੰ ਗੁਣ ਕਹਿ ਦੇਵੇ, ਬੇਸ਼ੱਕ ਤੇਰਾ ਦਿਮਾਗ ਸੀਮਤ ਹੋਣ ਕਰਕੇ ਤੈਨੂੰ ਇੰਨੇ ਗੁਣਾਂ ਦਾ ਪਤਾ ਵੀ ਨਹੀਂ ਜਿੰਨੇ ਅਕਾਲ ਦੇ ਵਿੱਚ ਹਨ, ਪਰ ਫਿਰ ਵੀ ਤੂੰ ਆਪਣਾ ਜ਼ੋਰ ਲਾ ਕੇ ਜਿੰਨੇ ਵਰਣਨ ਕਰੇਗਾ ਥੋੜ੍ਹੇ ਹੀ ਹੋਣਗੇ, ਕਿਉਂਕਿ ਉਹ ਮਹਾਨ ਹੈ, ਉਹ ਵੱਡਾ ਹੈ, ਉਹ ਵਿਰਾਟ ਹੈ। ਉਹ ਤੋਂ ਅਗਲਾ ਕੋਈ ਸ਼ਰੀਕ ਉਹਦਾ ਹੈ ਹੀ ਨਹੀਂ, ਇਕੱਲਾ ਹੀ ਹੈ। ਬਾਕੀ ਸਾਰੇ ਦੀ ਸਾਰੀ ਉਹਦੀ ਅਪਾਈ ਹੋਈ ਉਤਪਤੀ ਹੈ, ਜਿਹਦੇ ਵਿੱਚ ਤੂੰ ਵੀ ਸ਼ਾਮਲ ਹੈ। ਤਿਸ ਤੇ ਪਰੇ ਨਾਹੀ ਕਿਛ ਕੋਏ, ਕੋਈ ਹੈ ਹੀ ਨਹੀਂ ਉਹ ਤੋਂ ਅੱਗੇ। ਸਰਬ ਨਿਰੰਤਰ ਏਕੋ ਸੋਏ, ਸਾਰਿਆਂ ਦੇ ਵਿੱਚ ਨਿਰੰਤਰ ਸਮੋਇਆ ਹੋਇਆ ਹੈ ਇੱਕ ਪ੍ਰਭੂ। ਜ਼ਰੇ ਜ਼ਰੇ ਦੇ ਵਿੱਚ, ਤੇਰੇ ਉੱਤੇ ਮੀਂਹ ਪਾਉਣ ਵਾਲੇ ਬੱਦਲਾਂ 'ਚ ਤੇ ਮੀਂਹ ਦੇ ਵਿੱਚ, ਬਰਫ਼ ਦੇ ਵਿੱਚ, ਤੇਰੇ ਸਵਾਸਾਂ ਦੇ ਵਿੱਚ, ਹਰੀਆਂ ਭਰੀਆਂ ਖੇਤੀਆਂ ਦੇ ਵਿੱਚ, ਝਰਨਿਆਂ ਦੇ ਵਿੱਚ, ਪਹਾੜਾਂ ਦੇ ਵਿੱਚ, ਸੂਰਜਾਂ ਦੇ ਵਿੱਚ, ਤਾਰਿਆਂ ਦੇ ਵਿੱਚ, ਸਮੁੰਦਰਾਂ ਦੇ ਵਿੱਚ ਪ੍ਰੀਤਮ ਹੀ ਹੈ। ਪ੍ਰਾਣੀ ਹੋਰ ਕੋਈ ਵੀ ਨਹੀਂ ਹੈ। ਹੈਰਾਨੀ ਦੀ ਬਾਤ ਇਹ ਹੈ ਕਿ ਸਾਰੀਆਂ ਥਾਵਾਂ 'ਤੇ ਇੱਕੋ ਸਮੇਂ ਵਸ ਰਿਹਾ ਹੈ। ਵਸ ਰਿਹਾ ਹੀ ਨਹੀਂ, ਸੰਭਾਲ ਵੀ ਰਿਹਾ ਹੈ। ਆਪਣੀ ਰਚਨਾ ਨੂੰ ਵੇਖ ਕੇ ਦੇਖ ਰਿਹਾ ਹੈ। ਸਾਰੇ ਹੀ ਉਹਦੇ ਦਰ ਹਨ, ਸਾਰੇ ਹੀ ਉਹਦੇ ਘਰ ਹਨ, ਤੇ ਸਾਰੇ ਹੀ ਉਹਨੂੰ ਗਾ ਰਹੇ ਹਨ। ਉਹਦੀ ਐਨਰਜੀ, ਉਹਦੀ ਤਾਕਤ ਦੇ ਨਾਲ ਜੀ ਰਹੇ ਹਨ, ਝੂਮ ਰਹੇ ਹਨ, ਕਿਉਂਕਿ ਉਹ ਸਾਰਿਆਂ ਦੇ ਵਿੱਚ ਇੱਕੋ ਸਮੇਂ ਤਪਸ਼ ਐਨਰਜੀ ਦੇ ਰਿਹਾ ਹੈ, ਜੀਵਨ ਪ੍ਰਦਾਨ ਕਰ ਰਿਹਾ ਹੈ। ਆਪੇ ਬੀਨਾ ਆਪੇ ਦਾਨਾ, ਸਾਰਿਆਂ ਨੂੰ ਦੇਖ ਰਿਹਾ ਹੈ, ਦੂਰ ਵੀ ਨੇੜੇ ਵੀ, ਤੇ ਨਾਲੇ ਸਾਰਿਆਂ ਦੇ ਨੂੰ ਜਾਣਨ ਵਾਲਾ ਹੈ। ਉਹਨੂੰ ਕਿਸੇ ਨੂੰ ਇੰਟਰੋਡਿਊਸ ਕਰਾਉਣ ਦੀ ਲੋੜ ਨਹੀਂ, ਉਹਨੂੰ ਕਿਸੇ ਨਾਲ ਮਿਲਾਉਣ ਦੀ ਲੋੜ ਨਹੀਂ ਹੈ। ਮੁੱਢ ਕਦੀਮ ਤੋਂ ਜਿਹੜੇ ਨੂੰ ਵੀ ਉਹਨੇ ਸਾਜਿਆ ਸਵਾਰਿਆ ਹੈ, ਦਰਅਸਲ ਉਹਦੀ ਹੋਂਦ ਹੀ ਉਹਨੇ ਬਣਾਈ ਹੈ। ਉਸ ਤੋਂ ਪਹਿਲਾਂ ਉਹ ਕੁਝ ਹੈ ਹੀ ਨਹੀਂ ਸੀ। ਪ੍ਰਾਣੀ ਨੂੰ ਉਹਨੇ ਹੀ ਬਣਾਇਆ ਹੈ, ਨਵਾਂ ਨਕੋਰ ਘੜਿਆ ਹੈ। ਫਿਰ ਪ੍ਰਾਣੀ ਘੁੰਮਦਾ ਘੁੰਮਦਾ ਬਹੁਤ ਦੂਰ ਦਾ ਸਫ਼ਰ ਕਰਕੇ ਇਨਸਾਨ ਦੇ ਮਾਡਲ ਪੀਸ ਦੇ ਵਿੱਚ ਆਇਆ ਹੈ। ਆਤਮਾ ਘੁੰਮਦੀ ਰਹੀ, ਫਿਰਦੀ ਰਹੀ, ਥੱਕਦੀ ਰਹੀ ਤੇ ਅਖੀਰ ਇਨਸਾਨ ਬਣ ਗਿਆ। ਇਨਸਾਨ ਦੇ ਦਿਮਾਗ ਦੇ ਵਿੱਚ ਪ੍ਰਭੂ ਦੀ ਸਮਝ ਪਾਈ ਹੈ।
ਪ੍ਰਭੂ ਨੇ ਆਪ ਹੀ ਇਨਸਾਨ ਨੂੰ ਚੇਤਨ ਬਣਾਇਆ ਹੈ, ਆਪਣੇ ਆਪ ਬਾਰੇ ਸਮਝਾਇਆ ਹੈ। ਕੱਲਾ ਦੱਸਿਆ ਹੀ ਨਹੀਂ, ਸੋ ਪ੍ਰਸੰਨ ਹੋ ਕੇ ਉਹਨੂੰ ਇਹ ਵੀ ਤਰੀਕਾ ਸਮਝਾ ਦਿੱਤਾ ਕਿ ਮੈਨੂੰ ਕਿਵੇਂ ਪਾਉਣਾ ਹੈ, ਮੇਰੇ ਤੱਕ ਕਿਵੇਂ ਪੁੱਜਣਾ ਹੈ, ਮੇਰਾ ਗੀਤ ਕਿਸ ਤਰ੍ਹਾਂ ਗਾਉਣਾ ਹੈ। ਆਪੇ ਬੀਨਾ ਆਪੇ ਦਾਨਾ, ਉਹ ਸਭ ਕੁਝ ਦੇਖਣ ਵਾਲਾ ਆਪ ਹੀ ਹੈ ਤੇ ਜਾਣਨ ਵਾਲਾ ਵੀ ਹੈ। ਗਹਿਰ ਗੰਭੀਰ ਗਹੀਰ ਸੁਜਾਨਾ, ਇਹ ਦੁਨੀਆ ਦੀਆਂ ਤਮਾਮ ਸਿਆਣਪ ਵਾਲੀਆਂ ਕਿਰਿਆਵਾਂ ਪ੍ਰਭੂ ਦੇ ਵਿੱਚ ਮੌਜੂਦ ਹਨ। ਅਥਾਹ, ਬਹੁਤ ਹੀ ਗਹਿਰ, ਡੂੰਘਾ, ਸੰਜੀਦਾ, ਸਰਬ ਸਿਆਣਾ, ਸਿਆਣਿਆਂ ਤੋਂ ਵੀ ਸਿਆਣਾ। ਪ੍ਰੀਤਮ ਪਿਆਰਾ ਸਾਰੇ ਦੁਨੀਆ ਦੇ ਗੁਣਾਂ ਨਾਲ ਭਰਪੂਰ ਹੈ। ਉਹ ਤੋਂ ਅਕਲ ਵਾਲਾ ਕੋਈ ਵੀ ਨਹੀਂ ਹੈ। ਅਕਲ ਬਣਾਈ ਹੀ ਉਸ ਨੇ ਹੈ। ਉਹ ਤੋਂ ਸੁੰਦਰ ਵੀ ਕੋਈ ਨਹੀਂ ਹੈ, ਕਿਉਂਕਿ ਸੁੰਦਰਤਾ ਬਣਾਉਣ ਵਾਲਾ ਆਪ ਹੀ ਹੈ। ਉਹ ਤੋਂ ਡੂੰਘਾ ਵੀ ਕੋਈ ਨਹੀਂ, ਕਿਉਂਕਿ ਡੂੰਘਾਈ ਪੈਦਾ ਕਰਨ ਵਾਲਾ ਵੀ ਉਹ ਆਪ ਹੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਦੀ ਗਿਆਨ, ਉਹਦਾ ਬ੍ਰਹਮ ਕਿਸੇ ਹੋਰ ਕੋਲ ਵੀ ਨਹੀਂ ਹੈ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਜਿੱਥੇ ਉਹ ਸਿਆਣਾ ਹੈ, ਸੋਹਣਾ ਹੈ, ਅਥਾਹ ਹੈ, ਡੂੰਘਾ ਹੈ, ਉੱਥੇ ਉਹ ਅਕਲ ਦੇ ਨਾਲ ਭਰਪੂਰ ਹੈ। ਉਹਨੂੰ ਜੁਗਾਂ ਜਗੰਤਰਾਂ ਅੱਜ ਤੱਕ ਜੋ ਵੀ ਇਸ ਧਰਤੀ ਉੱਤੇ ਪੈਦਾ ਹੋਇਆ ਹੈ, ਉਹਦੀ ਬਾਇਓ ਸਾਰਾ ਕੁਝ ਉਹਨੂੰ ਉਸ ਬਾਰੇ ਗਿਆਨ ਹੈ, ਡਿਟੇਲ ਦੇ ਵਿੱਚ ਗਿਆਨ ਹੈ, ਰੈਕਡ ਦੇ ਨਾਲ ਭਰਪੂਰ ਹੈ। ਸ਼੍ਰੋਮਣੀ ਸਾਹਿਬ ਹੈ, ਪੁਰਖ ਪਰਮ ਪੁਰਖ ਹੈ, ਸ੍ਰਿਸ਼ਟੀ ਦਾ ਮਾਲਕ ਹੈ, ਮਾਲਕਾਂ ਦਾ ਮਾਲਕ। ਪ੍ਰੀਤਮ ਪਿਆਰਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਕਿਰਪਾ ਨਿਧਾਨ ਦਿਆਲ ਬਖਸ਼ੰਦ, ਉਹ ਕਿਰਪਾ ਵਾਲਾ ਹੈ, ਹਮੇਸ਼ਾ ਹੀ ਰਹਿਮਤ ਨਾਲ ਭਰਿਆ ਹੋਇਆ, ਨਿਮਰਤਾ ਦਾ ਖਜ਼ਾਨਾ ਹੈ, ਮਿਹਰਬਾਨ ਹੈ ਅਤੇ ਮਾਫੀ ਦੇਣ ਵਾਲਾ ਬਖਸ਼ੰਦ ਹੈ। ਐ ਮਿਸਟਰ ਹਿਊਮਨ ਬੀਇੰਗ, ਤੈਂ ਦੁਨੀਆ ਦੇ ਵਿੱਚ ਅਦਾਲਤਾਂ ਬਣਾਈਆਂ ਹਨ, ਤੈਂ ਕੋਰਟ ਬਣਾਏ ਹਨ, ਜੱਜ ਸਾਹਿਬਾਨ ਆਪਣੇ ਕਿੱਤੇ ਉੱਤੇ ਲੱਗੇ ਹੋਏ ਹਨ। ਤੇਰੀ ਦੁਨੀਆ ਦੀ ਕਚਹਿਰੀ ਇਨਸਾਨ ਸਜ਼ਾ ਉੱਤੇ ਆਧਾਰਿਤ ਹੈ। ਇੱਥੋਂ ਤੱਕ ਤੂੰ ਜੀਵਨ ਖਤਮ ਕਰਨ ਦੀ ਸਜ਼ਾ ਵੀ ਆਪਣੀ ਕਚਹਿਰੀ ਵਿੱਚ ਦਿੰਦਾ ਹੈ। ਪ੍ਰਭੂ ਸਜ਼ਾ ਦਿੰਦਾ ਹੀ ਨਹੀਂ। ਪ੍ਰਭੂ ਦੀ ਕਚਹਿਰੀ ਦੇ ਵਿੱਚ ਮਾਫੀ ਦੀ ਸਜ਼ਾ ਮਿਲਦੀ ਹੈ, ਫॉरगिवनेस। ਹਮੇਸ਼ਾ ਹੀ ਆਸ਼ੀਰਵਾਦ ਜਾਂ ਮਾਫੀ, ਦੋਨੇ ਸਜ਼ਾਵਾਂ ਪ੍ਰਭੂ ਦੀ ਕਚਹਿਰੀ ਦੇ ਵਿੱਚ ਮਿਲਦੀਆਂ ਹਨ। ਹਮੇਸ਼ਾ ਹੀ ਬਖਸ਼ੰਦ, ਮਾਫ ਕਰ ਦਿੰਦਾ ਹੈ ਆਪਣੇ ਪਿਆਰਿਆਂ ਨੂੰ। ਵੱਡੇ ਤੋਂ ਵੱਡਾ ਗੁਨਾਹ, ਚਾਹੇ ਕੌਡੇ ਰਾਖਸ਼ ਨੇ ਕੀਤਾ ਹੋਵੇ, ਚਾਹੇ ਸੱਜਣ ਠੱਗ ਨੇ ਕੀਤਾ ਹੋਵੇ, ਚਾਹੇ ਕਿਸੇ ਨੇ ਕਿਸੇ ਗਰੀਬ ਦਾ ਖੂਨ ਪੀਤਾ ਹੋਵੇ, ਲਾਚਾਰ ਨੂੰ ਦੁਖੀ ਕੀਤਾ ਹੋਵੇ, ਪ੍ਰਭੂ ਉਹਨੂੰ ਵੀ ਬਖਸ਼ੰਦ ਹੈ। ਉਹਦੇ ਉੱਤੇ ਵੀ ਕਿਰਪਾਲ ਹੁੰਦਾ ਹੈ। ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਰੇ ਗੁਣਾਂ ਨਾਲ ਮੇਰਾ ਦਾਤਾ ਭਰਪੂਰ ਹੈ। ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਇਹ ਅਨਰਾਉ। ਨਾਨਕ ਦੇ ਦਿਲ ਦੇ ਵਿੱਚ, ਪੰਜਵੇਂ ਨਾਨਕ ਦੇ ਦਿਲ ਦੇ ਵਿੱਚ ਇੱਕ ਸਦਰ ਹੈ,
ਇੱਕ ਉਮੰਗ ਹੈ, ਇੱਕ ਤਰੰਗ ਹੈ ਕਿ ਮੈਨੂੰ ਉਹ ਪਿਆਰੇ ਮਿਲ ਜਾਣ, ਮੈਨੂੰ ਉਹ ਲੱਭ ਜਾਣ, ਗੁਰੂ ਨੂੰ ਪਿਆਰ ਕਰਨ ਵਾਲੇ, ਉਹ ਸੇਵਕ, ਉਹ ਪਰਵਾਨੇ, ਉਹ ਮਸਤਾਨੇ ਜਿਹੜੇ ਪ੍ਰਭੂ ਦਾ ਨਾਮ ਜਪਦੇ ਹਨ, ਮਸਜਿਦ ਦੇ ਵਿੱਚ ਆਉਂਦੇ ਹਨ, ਪ੍ਰਭੂ ਦੇ ਗੀਤ ਗਾਉਂਦੇ ਹਨ। ਮੈਨੂੰ ਉਹ ਪਿਆਰੇ ਦੁਲਾਰੇ ਸਾਧ, ਸੰਤ, ਮਹਾਂਪੁਰਸ਼, ਜਨ, ਸੇਵਕ, ਗੁਲਾਮ, ਨੀਚ, ਉਹ ਥਿਆ ਜਾਣ ਕਿਤੇ ਤੇ ਮੈਂ ਉਹਨਾਂ ਦੇ ਚਰਨਾਂ ਨੂੰ ਧੋਵਾਂ, ਫਿਰ ਮੈਂ ਚਰਨਾਂ ਦੇ ਵਿੱਚ ਮੱਥਾ ਟੇਕਾਂ, ਆਪਣੇ ਸਿਰ ਨੂੰ ਉਹਨਾਂ ਦੇ ਚਰਨਾਂ ਉੱਤੇ ਟਿਕਾਵਾਂ। ਮੇਰੀ ਇਹ ਸਦਰ ਹੈ, ਬਹੁਤ ਬਹੁਤ ਪ੍ਰਭੂ ਦੀ ਕਿਰਪਾ ਹੋਵੇਗੀ ਕਿ ਮੈਨੂੰ ਉਹ ਪਿਆਰੇ ਮਿਲ ਜਾਣ ਜਿਹੜੇ ਉਹਦਾ ਰੂਪ ਬਣ ਚੁੱਕੇ ਹਨ। ਮੈਂ ਉਹਨਾਂ ਦੇ ਵਿੱਚੋਂ ਆਪਣੇ ਪਿਆਰੇ ਨੂੰ ਲੱਭ ਸਕਦਾ ਹਾਂ। ਮੈਂ ਇਸ ਤਰ੍ਹਾਂ ਤੜਫ ਰਿਹਾ ਹਾਂ ਬਿਰਹੋਂ ਦੇ ਵਿੱਚ, ਜਿਸ ਤਰ੍ਹਾਂ ਮਛਲੀ ਪਾਣੀ ਤੋਂ ਬਿਨਾਂ ਤੜਫਦੀ ਹੈ, ਜਿਸ ਤਰ੍ਹਾਂ ਬਬੀਹਾ ਸਵਾਸ ਬੂੰਦ ਤੋਂ ਬਿਨਾਂ ਤੜਫਦਾ ਹੈ, ਜਿਸ ਤਰ੍ਹਾਂ ਮਾਂ ਪੁੱਤਰ ਦੇ ਲਈ ਤੜਫਦੀ ਹੈ, ਮੈਂ ਉਸ ਤਰ੍ਹਾਂ ਤੜਫ ਰਿਹਾ ਉਹਨਾਂ ਪਿਆਰਿਆਂ ਨੂੰ, ਪ੍ਰਭੂ ਦੇ ਸਤਿਕਾਰਿਆਂ ਨੂੰ, ਕਿਉਂਕਿ ਤੋਂ ਥਿਆ ਜਾਣ, ਮੈਨੂੰ ਲੱਭ ਜਾਣ, ਮੈਂ ਉਹਨਾਂ ਦੀ ਸੇਵਾ ਕਰਾਂ, ਫਿਰ ਉਹ ਪ੍ਰਸੰਨ ਹੋ ਕੇ ਮੈਨੂੰ ਅਸੀਸ ਦੇਣ, ਪ੍ਰਭੂ ਦੇ ਮਿਲਾਪ ਦੀ, ਪ੍ਰਭੂ ਦੇ ਵਿੱਚ ਸਮੋ ਜਾਣ ਦੀ, ਉਹਨਾਂ ਦੀ ਅਪਾਰ ਕਿਰਪਾ ਦੇ ਨਾਲ ਮੇਰੀ ਇਹ ਮੁਰਾਦ, ਮੇਰੀ ਇਹ ਅਨਰਾਓ ਪੂਰੀ ਹੋ ਜਾਵੇ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਆਪਾਂ ਇੱਕ ਵੇਰ ਅੰਗਰੇਜ਼ੀ ਦੇ ਵਿੱਚ ਇਸੇ ਪਦ ਨੂੰ ਵਿਚਾਰ ਲਈਏ। ਸ਼ਲੋਕ, ਰੂਪ ਨ ਰੇਖ ਨ ਰੰਗ ਕਿਛ, ਤੈਹੂ ਗੁਣ ਤੇ ਪ੍ਰਭ ਭਿੰਨ। The Lord has no form, formless. He creates the forms. He don't need himself, nor outline, nor any color. He is exempt from three qualities. ਗੁਰੂ ਪਿਆਰਿਓ, ਐਗਜ਼ੈਂਪਟ ਲਫ਼ਜ਼ ਸੱਚੇ ਪਾਤਸ਼ਾਹ ਨੇ ਭਿੰਨ ਲਫ਼ਜ਼ ਵਰਤਿਆ ਹੈ ਪੰਜਾਬੀ ਦੇ ਵਿੱਚ। ਭਿੰਨ, ਐਗਜ਼ੈਂਪਟ, ਕਿ ਉਹ ਵੱਖਰਾ, ਉਹਨੂੰ ਲੋੜ ਹੀ ਨਹੀਂ ਪੈਂਦੀ। ਜਿਸ ਤਰ੍ਹਾਂ ਆਪਾਂ ਦੁਨਿਆਵੀ ਸਰਕਾਰ ਦੇ ਵਾਹਨ ਦੇਖਦੇ ਹਾਂ, ਕਾਰਾਂ ਦੇਖਦੇ ਹਾਂ, ਖਾਸ ਕਰਕੇ ਯੂਰਪੀਅਨ ਕੰਟਰੀ ਜਿਹੜੇ ਪੱਛਮ ਦੇ ਦੇਸ਼ ਹਨ, ਉਹਨਾਂ ਦੇ ਵਿੱਚ ਕਾਰ ਦਾ ਨੰਬਰ ਲਿਖ ਦਿੱਤਾ ਜਾਂਦਾ ਹੈ ਅਤੇ ਥੱਲੇ ਲਿਖ ਦਿੱਤਾ ਜਾਂਦਾ ਐਗਜ਼ੈਂਪਟ, ਕਿ ਇਹ ਟੈਕਸ ਦੇਣ ਤੋਂ ਐਗਜ਼ੈਂਪਟ ਹੈ। ਇਹਦੇ ਉੱਤੇ ਸਰਕਾਰੀ ਬਿਜ਼ਨਸ, ਸਰਕਾਰੀ ਵਪਾਰ ਚੱਲਦਾ ਹੈ, ਇਹਨੂੰ ਲੋੜ ਨਹੀਂ ਹੈ, ਸਰਕਾਰ ਦਾ ਹਿੱਸਾ ਹੈ। ਇਸੇ ਤਰ੍ਹਾਂ ਪ੍ਰਭੂ ਨੇ ਕ੍ਰੀਏਸ਼ਨ ਕੀਤੀ ਹੈ ਦੁਨੀਆ ਦੀ, ਰੂਪ ਨੂੰ ਬਣਾਇਆ ਹੈ, ਰੇਖ ਨੂੰ ਬਣਾਇਆ ਹੈ, ਰੰਗ ਨੂੰ ਬਣਾਇਆ ਹੈ, ਪਰ ਹੀ ਕੈਪਟ ਹਿਮਸੈਲਫ ਆਊਟ। ਹੀ ਇਜ਼ ਐਗਜ਼ੈਂਪਟ ਫਰੋਮ ਆਲ ਦੀਜ਼। ਹੀ ਡੋਂਟ ਨੀਡ ਇਟ ਟੂ ਟੈਲ ਹੂ, ਕਿਹਨੂੰ ਕਲਰ ਦੱਸਣਾ ਉਹਨੇ, ਟੂ ਇੰਟਰੋਡਿਊਸ ਹੂ, he need to make a special body for him. He created millions, zillions of bodies. ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਉਹ ਨਾਨਕ, with whom he is well pleased, he causes him to understand him.
Only the people who love him, devote them on him, sacrifice to him their ego, throw away. Those are the one in his mind. Then he tell them the whole secret about the universe, about him, about everything. Astapadi, Avanashi Prav Man mein Rakh. A human being, always keep imperishable Lord in your mind. He is the only one can give you the grace. He don't have any greed. He is not the taker. He is a giver. He always give, never take. So you want somebody can help you, can get out you from Maya's entanglements, then keep him in your mind all the time. Manak ki tu preet tyag. You have a bad habit, Mr. Human Being. You are in habit to love strangers, others who are not yours, and the one belong to you is in your mind. You don't look at him. You go outside, introduce you with the other people full of ego. Ego, find other ego. And ego, flatter other ego. You are in a strange world. You change yourself. Find the Lord in your system and renounce thou the love of the man, of the world. Tiste pare nahi kish koe. There is nobody bigger than him. There is nobody greater than him. Without him is nothing. Everywhere, every time, in everything, he is the only one. Always. Sarban Rantar Eko Soe. That one, only one Lord, is contained amongst all. He is the only one, nobody beyond him, and he is the only one in everybody. Same time, all the time, everywhere. Ape Bina, Ape Dana. He himself is the far-seeing and himself all-knowing. He is the beautiful. He is the wise. He can see far, far away. And he understands same time. Ape Bina, Ape Dana. Gehar Gabir, Gihir Sujana. He is so profound, deep, all wise, and he is so deep, serious, unfathomable. He is so wise. There is nothing beyond him. He don't need no wisdom because he is creator of wisdom. Deepness, he is the one created. Beauty, he is the one created. He is the one create all these deep, wise, unfathomable, profound. So he don't need any of himself. He is beyond, and he got all the treasures of those wisdoms in his mind. Par Brahm Parmeshwar Gobind. He is the transcendent Lord, the Supreme Being, and the Master of the universe. He is the wisdom treasure. He created all the universes.
He planned those. He created the human. He knows how to plan that, bring the oxygen, water, and energy to the human, to the whole creature, animals, sea creatures. They all live on His grace. Par Brahm Parmeshwar Gobind, Kirpa Nidhan Dayal Bakshand. He is merciful, compassionate, and the pardoner. God is the trier. He got kindness. He is full of kindness. And in his court, He never punish anybody. He always bless with mercy. He always gives His kindness. He is full of blessing. He always gives you energy to bless others. He is graceful, and He gives you mercy instead of punishment. Kirpa, Nidhan, Dayal, Bakshad. All these are his merits. ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਇਹ ਅਨਰਾਉ. In the mind of Nanak, this longing, long hope, desire sit in Nanak's mind to find your lovers, just to find the people who sing your song. They know you. I love them. Not only I touch their feet, but I wash their feet. With that wash, I take bath myself. ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਇਹ ਅਨਰਾਉ. O Nanak, I will be lucky one, luckiest one on this planet, if I find the saints, sadhus, slaves of Vaheguru Akal Purkh, who remember you, who sing for you, and my desire will be fulfilled. Guru ਪਿਆਰਿਓ, ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ, ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ. ਸਭ ਤੋਂ ਪਹਿਲਾਂ ਆਪਣੇ ਪਿਆਰੇ ਉੱਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ. ਫਿਰ ਬਲੈਸਿੰਗ ਦਿੱਤੀ ਹੈ, ਆਸ਼ੀਰਵਾਦ ਦਿੱਤੀ ਹੈ ਕਿ ਪ੍ਰਾਣੀ ਮੇਰੇ ਪਿਆਰੇ ਸਿੱਖਾ, ਮੈਂ ਤੈਨੂੰ ਸਿਖਾ ਰਿਹਾ ਕਿ ਪ੍ਰੀਤਮ ਪਿਆਰੇ ਦਾ ਕੋਈ ਰੂਪ ਨਹੀਂ ਹੈ. ਟੱਕਰਾਂ ਨਾ ਮਾਰੀ, ਹੱਡ ਮਾਸ ਦੇ ਪੁਤਲਿਆਂ ਦੇ ਵਿੱਚੋਂ ਨਾ ਲੱਭੀ. ਜਿਹੜੇ ਤੇਤੋਂ ਮੰਗਦੇ ਹਨ, ਤੂੰ ਉਹਨਾਂ ਤੋਂ ਕੀ ਮੰਗ ਲਵੇਗਾ? ਮੰਗ ਤਾਂ ਦੂਸਰੇ ਮੰਗ ਤੈਨੂੰ ਕੀ ਦੇ ਸਕਦਾ? ਤੂੰ ਉਹਨਾਂ ਤੋਂ ਪਿਆਰਾ ਲੱਭਦਾ, ਪ੍ਰੀਤਮ ਲੱਭਦਾ. ਉਹ ਤੇਰੇ ਕੋਲੋਂ ਧਨ ਲੱਭਦੇ ਹਨ, ਤੇਰਾ ਮਨ ਟੋਲਦੇ ਹਨ. ਤੇਰੇ ਤਨ ਦਾ ਸ਼ੋਸ਼ਣ, ਤੇਰੇ ਮਨ ਦਾ ਸ਼ੋਸ਼ਣ, ਤੇਰੇ ਧਨ ਦਾ ਸ਼ੋਸ਼ਣ ਕਰਦੇ ਹਨ. ਉਹਨਾਂ ਨੂੰ ਨਾ ਲੱਭੀ, ਉਹਨੂੰ ਲੱਭ ਜਿਹਦਾ ਕੋਈ ਰੂਪ ਰੇਖ ਰੰਗ ਨਹੀਂ ਹੈ. ਉਹ ਵੱਖਰਾ ਹੈ ਅਤੇ ਉਹ ਤੇਤੋਂ ਮੰਗਦਾ ਕੁਝ ਵੀ ਨਹੀਂ ਹੈ. ਜਦੋਂ ਤੂੰ ਉਹਨੂੰ ਜਪੇਗਾ, ਉਹਨੂੰ ਪਿਆਰ ਕਰੇਗਾ, ਉਹ ਵਾਪਸ ਤੇਰੇ ਉੱਤੇ ਮਿਹਰਬਾਨ ਹੋ ਜਾਵੇਗਾ. ਪਿਆਰਿਆ, ਇਹ ਬਾਤ ਤੈਨੂੰ ਅਚਰਜ ਬਾਤ ਪ੍ਰੀਤਮ ਪਿਆਰਾ ਆਪ ਹੀ ਸਮਝਾ ਦੇਵੇਗਾ. ਉਹਦੀ ਕਿਰਪਾ ਦੇ ਨਾਲ ਤੇਰੇ ਦਿਮਾਗ ਦੇ ਕਪਾੜ ਖੁੱਲ੍ਹ ਜਾਣਗੇ. ਤੇਰੀ ਜ਼ਿੰਮੇਵਾਰੀ
ਉਹਨੂੰ ਧਿਆਉਣ ਦੀ ਹੈ, ਉਹਦੀ ਅਸ਼ੀਰਵਾਦ ਤੈਨੂੰ ਅਪਣਾਉਣ ਦੀ ਹੈ। ਪਰ ਦੁਨੀਆ ਦਾ ਪਿਆਰ ਛੱਡ ਦੇ, ਬਗਾਨਿਆਂ ਦਾ ਪਿਆਰ ਨਹੀਂ ਕਰੀਦਾ। ਜਿਨ੍ਹਾਂ ਨੇ ਜੁਦੇ ਹੋਣਾ, ਜਿਹਨੇ ਤੇਰੇ ਨਾਲ ਹਮੇਸ਼ਾ ਹੀ ਰਹਿਣਾ ਹੈ, ਉਹਨੂੰ ਆਪਣੇ ਮਨ ਦੇ ਵਿੱਚ ਵਸਾ ਲੈ। ਤੇਰਾ ਮਨ ਹੀ ਉਹਦਾ ਰੂਪ ਬਣ ਜਾਵੇ। ਇੰਨੀ ਪ੍ਰੀਤ ਕਰ ਕਿ ਤੇਰਾ ਨਾਮ ਹੀ ਉਹਦਾ ਨਾਮ ਬਣ ਜਾਵੇ। ਇਹ ਤੋਂ ਸਿਆਣੀ ਗੱਲ ਤੈਨੂੰ ਕੌਣ ਦੱਸ ਸਕਦਾ ਹੈ? ਪ੍ਰੀਤਮ ਪਿਆਰੇ ਤੋਂ ਅੱਗੇ ਕੁਝ ਵੀ ਨਹੀਂ ਹੈ। ਉਹ ਇੱਕੋ ਹੀ ਹੈ, ਉਹਦੇ ਬਰਾਬਰ ਦਾ ਕੋਈ ਵੀ ਨਹੀਂ ਹੈ। ਉਹ ਸਾਰਿਆਂ ਦੇ ਅੰਦਰ ਵਸਿਆ ਹੋਇਆ ਦਾਤਾ ਹੈ, ਸਾਰਿਆਂ ਦੇ ਵਿੱਚ ਸਮੋਇਆ ਹੋਇਆ ਹੈ। ਉਹ ਆਪ ਦੇਖਣ ਵਾਲਾ ਹੈ ਦੂਰ ਤੱਕ ਆਪਣੀ ਰਚਨਾ ਨੂੰ, ਕਿਉਂਕਿ ਦੂਰ ਵੀ ਉਹੀ ਹੈ, ਨੇੜੇ ਵੀ ਉਹੀ ਹੈ, ਤੇ ਇੱਕ ਛਿੰਨ ਦੇ ਵਿੱਚ ਸਮਝਣ ਵਾਲਾ ਵੀ ਉਹੀ ਹੈ। ਅਥਾਹ ਹੈ, ਸੰਜੀਦਾ ਹੈ, ਡੂੰਘਾ ਹੈ, ਸਿਆਣਾ ਹੈ, ਅਕਲਮੰਦ ਹੈ। ਦੁਨੀਆ ਦੀਆਂ ਤਮਾਮ ਅਕਲਾਂ ਦਾ ਕਰਤਾ ਹੈ। ਅਕਲਾਂ ਬਣਾਉਣ ਵਾਲਾ ਆਪ ਹੈ ਸੁਆਮੀ। ਉਹ ਸ਼੍ਰੋਮਣੀ ਸਾਹਿਬ ਹੈ, ਪਰਮ ਪੁਰਖ ਹੈ, ਤੇ ਇਸ ਯੂਨੀਵਰਸ ਦਾ, ਕੱਲੀ ਇੱਕ ਯੂਨੀਵਰਸ ਦੀ, ਯੂਨੀਵਰਸਿਸ ਦਾ, ਸ੍ਰਿਸ਼ਟੀਆਂ ਦਾ ਮਾਲਕ ਹੈ। ਅਕਲ ਵਾਲਾ, ਸਿਆਣਾ, ਮਾਲਕ, ਉਹਦੇ ਵਰਗਾ ਕੋਈ ਹੋਰ ਨਹੀਂ ਹੈ ਜਿਹਦੇ ਨਾਲ ਤੂੰ ਉਹਨੂੰ ਕੰਪੇਅਰ ਕਰ ਸਕੇ। ਉਹ ਰਹਿਮਤ ਦਾ ਖਜ਼ਾਨਾ ਹੈ, ਮਿਹਰਬਾਨ ਹੈ, ਅਸੀਸਾਂ ਵੰਡਣ ਵਾਲਾ ਦਾਤਾ ਹੈ। ਉਹ ਦੇਣ ਵਾਲਾ ਹੀ ਹੈ, ਲੈਂਦਾ ਕੁਝ ਵੀ ਨਹੀਂ, ਦਿੰਦਾ ਦਿੰਦਾ ਥੱਕਦਾ ਵੀ ਨਹੀਂ। ਲੈਂਦੇ ਥੱਕ ਜਾਣ, ਪਰ ਉਹ ਦਿੰਦਾ ਕਦੇ ਨਹੀਂ ਥੱਕਦਾ। ਹਰ ਕਿਸੇ ਨੂੰ ਦਿੰਦਾ ਹੈ। ਦੇਣ ਵਾਲਾ ਮਿਹਰਬਾਨ ਹੋ ਕੇ ਬਖਸ਼ਦਾ ਹੈ। ਨਾਨਕ ਦੇ ਦਿਲ ਦੇ ਵਿੱਚ ਪੰਜਵੇਂ ਪਾਤਸ਼ਾਹ ਮਿਹਰ ਕਰਦੇ ਸਮਝਾ ਰਹੇ ਹਨ ਕਿ ਮੇਰੇ ਦਿਲ ਦੇ ਵਿੱਚ ਬਹੁਤ ਇੱਕ ਸਦਰ ਹੈ, ਉਮੀਦ ਹੈ, ਮੁਰਾਦ ਹੈ ਕਿ ਮੈਨੂੰ ਉਹਦੇ ਪਿਆਰੇ ਲੱਭ ਜਾਣ। ਉਸੇ ਤਰ੍ਹਾਂ ਦੇ ਪਿਆਰੇ ਜਿਹੜੇ ਪਹਿਲੇ ਜਨਮ, ਪਹਿਲੇ ਨਾਨਕ ਨੇ ਸੱਚਾ ਸੌਦਾ ਕਰਨ ਵੇਲੇ ਲੱਭੇ ਸਨ। ਜੁੜੇ ਹੋਏ, ਪ੍ਰਭੂ ਦੇ ਨਾਲ ਇੱਕ ਹੋਏ ਹੋਏ, ਉਹਦੇ ਸੇਵਕ, ਉਹਨੂੰ ਧਿਆਉਣ ਵਾਲੇ, ਉਹਨੂੰ ਪਾਉਣ ਵਾਲੇ। ਕਾਸ਼ ਮੈਨੂੰ ਮਿਲ ਜਾਣ ਤੇ ਮੈਂ ਉਹਨਾਂ ਦੇ ਚਰਨਾਂ ਨੂੰ ਧੋਵਾਂ, ਉਹਨਾਂ ਦੇ ਚਰਨਾਂ ਦੀ ਧੂੜ ਨੂੰ, ਉਸ ਪਾਣੀ ਨੂੰ ਮੈਂ ਪੀ ਲਵਾਂ, ਤਾਂ ਮੇਰੇ ਅੰਦਰ ਦੀਆਂ ਮੈਲਾਂ, ਸਾਰੇ ਦੀਆਂ ਸਾਰੀਆਂ ਮੈਲਾਂ ਮੁੱਕ ਜਾਣ। ਮੈਂ ਮੇਰੇ ਪ੍ਰੀਤਮ ਪਿਆਰਿਆਂ ਦਾ ਇੰਨਾ ਸਤਿਕਾਰ ਕਰਾਂ ਕਿ ਮੇਰਾ ਵੀ ਵਿਚਾਰੇ ਦਾ ਭਲਾ ਹੋ ਜਾਵੇ। ਉਹਨਾਂ ਨੇ ਉਹਨੂੰ ਜਾਣਿਆ ਹੈ, ਪਹਿਚਾਣਿਆ ਹੈ, ਉਹਨੂੰ ਮਿਲੇ ਹਨ, ਤੇ ਮੇਰਾ ਮੇਲ ਵੀ ਸੁਭਾਵਕ ਹੋ ਜਾਵੇ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। 16ਵੀਂ ਅਸ਼ਟਪਦੀ ਤੇ ਪਦ ਪਹਿਲਾ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।